ਤੁਸੀਂ ਹਰ ਇੱਕ ਚੀਜ਼ ਦਾ ਠੇਕਾ ਲੈ ਲਈ। ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਗੀਤਾਂ ਵਾਲਿਆਂ ਨੂੰ ਤੁਸੀਂ ਸਵਾਲ ਕਰ ਰਹੇ ਹੋ, ਤੇ ਹੁਣ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਵੀ ਕਹਿ ਰਹੇ ਹੋ ਕਿ ਪਾਕ ਪਵਿੱਤਰ ਧਰਤੀ ਜਿਹੜਾ ਸ਼ਹਿਰ ਐਲਾਨਣਾ ਚਾਹੀਦਾ। ਫਤਿਹਗੜ੍ਹ ਸਾਹਿਬ ਦੇ ਵਿੱਚ ਜਿੰਨੇ ਵੀ ਠੇਕੇ ਨੇ ਬੰਦ ਹੋਵੇ, ਉਹ ਨਸ਼ਾ ਮੁਕਤ ਹੋਵੇ, ਠੇਕੇ ਮੁਕਤ ਹੋਵੇ, ਸਾਰੇ ਚਾਹੁੰਦੇ ਨੇ, ਮੈਂ ਵੀ ਚਾਹਾਂਗਾ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੈਡੀਕਲ ਕਾਲਜ ਦੱਸੋ, ਨਹੀਂ ਹੈ। ਇਕਨੋਮਿਕ ਕੰਡੀਸ਼ਨ ਦੇਖੋ ਜੀ ਲੋਕਾਂ ਦੀ, ਕੋਈ ਫੈਕਟਰ ਨਹੀਂ ਉੱਥੇ, ਕੋਈ ਇਨਕਮ ਨਹੀਂ ਹੈ, ਇਕਨੋਮਿਕਲੀ ਵੀਕ ਨੇ। ਪੂਰਾ ਕੈਬਨਿਟ ਦੇ ਵਿੱਚ ਮੰਤਰੀ ਨਹੀਂ ਹੈ, ਕੈਬਨਿਟ ਮੰਤਰੀ ਹੈ ਹੀ ਨਹੀਂ ਫਤਿਹਗੜ੍ਹ ਸਾਹਿਬ ਤੋਂ, ਪੂਰਾ ਫਤਿਹਗੜ੍ਹ ਜ਼ਿਲ੍ਹੇ ਤੋਂ ਹੀ ਨਹੀਂ ਮਹਾਰਾਜ। ਮਾਨਯੋਗ ਮੁੱਖ ਮੰਤਰੀ ਪੰਜਾਬ ਹਮੇਸ਼ਾ ਕਹਿੰਦੇ ਨੇ ਵਿਕਾਸ ਕਰਨੀ ਹੈ, ਰੰਗਲਾ ਪੰਜਾਬ ਬਣਾਣੀ ਹੈ। ਰੰਗਲਾ ਪੰਜਾਬ ਕਿਵੇਂ ਬਣਾਓਗੇ ਜਦ तीनों पद्धर ਤੇ ਪਿੱਛੇ ਹੈ? ਕੀ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ? ਤੁਸੀਂ ਕੌਣ ਹੋ ਇਹ ਪੁੱਛਣ ਵਾਲੇ? ਇਹ ਤਾਂ ਕਰਨਾ ਸਰਕਾਰ ਦਾ ਕੰਮ ਹੈ, ਐਜੀਪੀਸੀ ਦਾ ਕੰਮ ਆਪ ਹੀ ਕਰ ਲਵੇ। ਕੌਣ ਚਾਹੁੰਦਾ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਪਾਕ ਪਵਿੱਤਰ ਦਾ ਦਰਜਾ ਦੇ ਦਿੱਤਾ ਜਾਵੇ? ਹਾਲਾਂਕਿ ਦਰਜਾ ਤਾਂ ਪਹਿਲਾਂ ਹੀ ਦਿੱਤਾ ਹੋਇਆ, ਪਰ ਸਰਕਾਰਾਂ ਵੱਲੋਂ ਇਸ ਨੂੰ ਮਾਨਤਾ ਪ੍ਰਾਪਤ ਹੋ ਜਾਣੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਕਿ ਇੱਕ ਬੋਰਡ ਪਿਆ ਹੈ ਜਿਹਦੇ ਉੱਤੇ ਲਿਖਿਆ ਹੋਇਆ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਵੇ। ਪਵਿੱਤਰ ਸ਼ਹਿਰ ਐਲਾਨਿਆ ਜਾਵੇ। ਬੀਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਚੀਜ਼ਾਂ ਹੋਈਆਂ। ਕਈ ਅੰਮ੍ਰਿਤਸਰ, ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ, ਇਹਨਾਂ ਨੂੰ ਪਵਿੱਤਰ ਐਲਾਨਿਆ ਗਿਆ। ਨੇੜੇ ਤੇੜੇ ਦਾਰੂ, ਮੀਟ, ਸ਼ਰਾਬ, ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਵਿਕੇਗੀ। ਉਸ ਉੱਤੇ ਪੰਡਿਤ ਰਾਓ ਧਰਨੇਰਵਰ ਜੀ ਨੇ, ਇਹਨਾਂ ਨੇ ਖਾਸ ਕਰਕੇ ਫਤਿਹਗੜ੍ਹ ਸਾਹਿਬ ਦਾ ਵੀ ਜ਼ਿਕਰ ਕੀਤਾ। ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਰਨ ਕੀ ਹੈ, ਇਹਨਾਂ ਨੂੰ ਕੀ ਲੋੜ ਪਈ ਹੈ ਇਹ ਸਾਰਾ ਕੁਝ ਕਰਵਾਉਣ ਦੀ, ਬਾਕੀਆਂ ਨੂੰ ਕਿਉਂ ਨਹੀਂ ਹੈ ਕਿ ਵੀ ਉਹ ਕਰਵਾਉਣ। ਪਰ ਇਹਨਾਂ ਦੇ ਕੋਲ ਆ ਥੱਦਾ ਦੇਖ ਰਹੇ ਹੋ ਕਾਗਜ਼ਾਂ ਦਾ, ਇਹ ਕਾਗਜ਼ਾਂ ਦੇ ਵਿੱਚ 200 ਬੰਦਿਆਂ ਨੇ ਹਮਾਇਤ ਕੀਤੀ ਹੈ, ਇੰਟਰਵਿਊ ਕਰਦੇ ਰਹੇ ਜਾ ਕੇ ਕਿ ਵੀ ਹਾਂ ਇਹ ਬੰਦ ਹੋਣਾ ਚਾਹੀਦਾ, ਠੇਕੇ ਠੁਕੇ ਕੁਝ ਨਹੀਂ ਖੁੱਲ੍ਹਣਾ ਚਾਹੀਦਾ। ਦੂਜਾ ਕਿ ਪਵਿੱਤਰ ਸ਼ਹਿਰ ਘੋਸ਼ਿਤ ਹੋਣਾ ਚਾਹੀਦਾ। ਰਾਓ ਸਾਹਿਬ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਹਰ ਇੱਕ ਚੀਜ਼ ਦਾ ਠੇਕਾ ਲੈ ਲਈ। ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਗੀਤਾਂ ਵਾਲਿਆਂ ਨੂੰ ਤੁਸੀਂ ਸਵਾਲ ਕਰ ਰਹੇ ਹੋ, ਤੇ ਹੁਣ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਵੀ ਕਹਿ ਰਹੇ ਹੋ ਕਿ ਪਾਕ ਪਵਿੱਤਰ ਧਰਤੀ ਜਿਹੜਾ ਸ਼ਹਿਰ ਐਲਾਨਣਾ ਚਾਹੀਦਾ। महाराज पाक पवित्र श्री फतेहगढ़ साहब पाक पवित्र ऑलरेडी है। उस तो वध पाक पवित्र इस दुनिया ਵਿੱਚ ਕੋਈ ਥਾਂ ਹੈ ਹੀ ਨਹੀਂ ਹੈਗਾ। ਇਸ ਪਾਕ ਪਵਿੱਤਰਤਾ ਨੂੰ ਹਮੇਸ਼ਾ ਲਈ ਪਾਕ ਰੱਖਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਪਾਕ ਪਵਿੱਤਰ ਰੱਖਣ ਲਈ ਸਰਕਾਰ ਦੀ, ਲੋਕਾਂ ਦੀ ਜ਼ਿੰਮੇਵਾਰੀ ਹੈ। ਹੁਣ ਸਰਕਾਰ ਐਲਾਨਣਾ ਜ਼ਰੂਰੀ ਹੈ। ਜਿਵੇਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਐਲਾਨਿਆ ਸ੍ਰੀ ਫਤਿਹਗੜ੍ਹ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਸ੍ਰੀ ਅਨੰਦਪੁਰ ਸਾਹਿਬ ਨੂੰ, ਤਲਵੰਡੀ ਸਾਹਿਬ ਨੂੰ, ਉਸ ਦੇ ਨਾਲ ਕੀ ਹੋਏਗੀ, तीनों ਸ਼ਹਿਰ ਦੇ ਵਿੱਚ ਵਿਕਾਸ ਹੋਏਗੀ। ਉਸ ਇਲਾਕੇ ਦੇ ਵਿੱਚ ਸਰਕਾਰ ਫੰਡ ਰੱਖੇਗਾ, ਉਸ ਫੰਡ ਬਜਟ ਦੇ ਫੰਡ ਨੂੰ ਉੱਥੇ ਵਰਤੋਂ ਕੀਤੀ ਜਾਏਗੀ, ਉਸ ਇਲਾਕੇ ਦੀ ਸੁਧਾਰ ਹੋਏਗੀ। ਹੁਣ ਮੇਰੀ ਦਲੀਲ ਇਹ ਸੀਗਾ, ਮੇਰਾ ਇਹ ਸੋਚ ਸੀਗਾ ਕਿ ਫਤਿਹਗੜ੍ਹ ਸਾਹਿਬ ਨੂੰ ਵੀ ਪਾਕ ਘੋਸ਼ਿਤ ਕੀਤਾ ਜਾਵੇ ਜਾਂ ਪਵਿੱਤਰ घोषित किया जाए, ऐलाना जाए, ताकि सरकार दी फंड उत्थे विकास लई खर्च किया जाए। ना सिर्फ पंजाब सरकार दी फंड बल्कि केंद्र सरकार दी भी पॉलिसी है, केंद्र सरकार दी भी पैसे आओगी क्योंकि उन्होंने पॉलिसी है। जिन्हें भी होली सिटी होंगे ने वो केंद्र सरकार पैसा भेजती है। हुण इसलिए फतेहगढ़ साहब नूं मैं सोच के बेनती की है कि उस इलाके दे विच 3 पद्धर ते उस इलाका पिछड़ा है। वो है तो अमीर पाक पवित्र अमीर था हैगा वो फतेहगढ़ साहब, पर आधुनिक काल दे विच 3 था दे विच वो पिछड़ा हुआ है। एक शैक्षणिक रूप ते, एजुकेशन लेवल ते, आर्थिक पद्धर ते, पॉलिटिकल पद्धर ते, तीनों पद्धर ते पिछड़ा है महाराज। तुसीं चेक करो एजुकेशन किवें फतेहगढ़ साहब दे विच एक मैडिकल कॉलेज दसो, नहीं है। एजुकेशन हो गया जी वीक। इकनोमिक कंडीशन देखो जी लोगों की, कोई फैक्टर नहीं है उत्थे, कोई इनकम नहीं है, इकनोमिकली वीक ने, पॉलिटिकल वीक। माता गुजरी कॉलेज, बाबा बंदा सिंह बहादुर यूनिवर्सिटी वर्गियां थावां हैगियां, ਉਹਨਾਂ 'ਚ ਕੋਈ ਪੜ੍ਹਾਈ ਸਰਕਾਰ ਦੀ ਨਹੀਂ ਹੈ।
ਉਹ ਐਸਜੀਪੀਸੀ ਚਲਾ ਰਹੇ ਨੇ, ਸਰਕਾਰ ਦੀ ਗੱਲ ਕਰ ਰਿਹਾ ਜੀ ਮੈਂ। ਸਰਕਾਰ ਨੂੰ ਕਰਨਾ ਚਾਹੀਦਾ ਮੈਂ ਹੈ। ਸਰਕਾਰ ਦੀ ਗੱਲ ਕਰ ਰਿਹਾ ਜੀ। ਐਸਜੀਪੀਸੀ ਸੰਘ ਸੰਸਥਾ ਬਹੁਤ ਕਰ ਰਹੇ ਨੇ, ਉਹਨਾਂ ਨੂੰ ਮੈਂ ਸਲਾਮ ਕਰਦਾ ਹੈ, ਉਹਨਾਂ ਤੇ ਸਵਾਲ ਨਹੀਂ ਉੱਠਦਾ। ਮੈਂ ਸਰਕਾਰ ਦੀ ਕਰਦੀ, ਜੋ ਸਿਵਲ ਸੋਸਾਇਟੀ ਹੈ, ਡੈਮੋਕ੍ਰੈਟਿਕ ਸੈਟਅਪ ਹੈ, ਉਸ ਦੀ ਗੱਲ ਕਰ ਰਿਹਾ। ਮੈਂ ਸਰਕਾਰ ਦੀ ਗੱਲ ਕਰ ਰਿਹਾ। ਸਰਕਾਰ ਦੀ ਕੋਈ ਉੱਥੇ ਕੋਈ ਨਾ ਮੈਡੀਕਲ ਕਾਲਜ ਹੈ, ਨਾ ਕੋਈ ਸਰਕਾਰ ਪੱਧਰ ਤੇ ਕੋਈ ਫੈਕਟਰੀ ਹੈ ਜਿਸ ਦੀ ਇਕਨੋਮਿਕ ਕੰਡੀਸ਼ਨ ਲੋਕਾਂ ਦੀ ਸੁਧਰ ਹੋਵੇ, ਐਜੂਕੇਸ਼ਨ ਕੰਡੀਸ਼ਨ ਹੋਵੇ। ਹੁਣ ਆਉਂਦੇ ਪੋਲੀਟੀਕਲ। ਦੱਸੋ ਮੈਨੂੰ, ਪੂਰਾ ਕੈਬਨਿਟ ਦੇ ਵਿੱਚ ਮੰਤਰੀ ਨਹੀਂ ਹੈ, ਕੈਬਨਿਟ ਮੰਤਰੀ ਹੈ ਹੀ ਨਹੀਂ ਫਤਿਹਗੜ੍ਹ ਸਾਹਿਬ ਤੋਂ, ਪੂਰਾ ਫਤਿਹਗੜ੍ਹ ਜ਼ਿਲ੍ਹੇ ਤੋਂ ਹੀ ਨਹੀਂ ਮਹਾਰਾਜ। ਇੰਨੀ ਪਿਛੜੀ ਪੋਲੀਟੀਕਲ ਕਿਉਂ ਨਹੀਂ ਹੋ ਸਕਦੇ ਉੱਥੇ ਦੀ ਮੰਤਰੀ, ਕੈਬਨਿਟ ਮੰਤਰੀ ਕਿਉਂ ਨਹੀਂ ਹੋ ਸਕਦੇ? ਮੈਨੂੰ ਪਤਾ ਨਹੀਂ, ਤੁਸੀਂ ਮਸ਼ਹੂਰ ਪੱਤਰਕਾਰ ਹੋ, ਮੈਨੂੰ ਜਾਣਕਾਰੀ ਦਿਓ, ਫਤਿਹਗੜ੍ਹ ਸਾਹਿਬ ਤੋਂ ਕਦੇ ਹੋਇਆ ਹੈ ਮੰਤਰੀ, ਕੈਬਨਿਟ ਮੰਤਰੀ? ਮੈਨੂੰ ਪਤਾ ਨਹੀਂ ਹੈ। ਸਵਾਲ ਬਹੁਤ ਵੱਡੀ ਪੱਧਰ ਤੇ ਹੈ, ਪੋਲੀਟੀਕਲ ਪੱਧਰ ਤੇ। ਜੇਕਰ ਕੋਈ ਮੰਤਰੀ ਹੈ ਹੀ ਨਹੀਂ ਹੈ, ਮੁੱਖ ਮੰਤਰੀ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ, ਮੁੱਖ ਮੰਤਰੀ ਦਾ ਅਹੁਦੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ, ਪਰ ਇੱਕ ਮੰਤਰੀ ਵੀ ਜੇ ਨਾ ਹੋਵੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਤੋਂ ਜਾਂ ਫਤਿਹਗੜ੍ਹ ਸ਼ਹਿਰ ਤੋਂ, ਇਹ ਪੋਲੀਟੀਕਲ ਵੀਕਨੈਸ, ਪੋਲੀਟੀਕਲ ਬੈਕਗ੍ਰਾਉਂਡ ਮੈਂ ਕਹਿੰਦਾ। ਇਸ ਲਈ ਉਸ ਇਲਾਕੇ ਨੂੰ ਵਿਕਾਸ ਕਰਨ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਹਮੇਸ਼ਾ ਕਹਿੰਦੇ ਨੇ ਵਿਕਾਸ ਕਰਨੀ ਹੈ, ਰੰਗਲਾ ਪੰਜਾਬ ਬਣਾਣੀ ਹੈ। ਰੰਗਲਾ ਪੰਜਾਬ ਕਿਵੇਂ ਬਣਾਓਗੇ ਜਦ तीनों पद्धर ते पीछे है, पॉलिटिकली, इकोनॉमिकली, एजुकेशनली? किवें तुसीं रंगला पंजाब? इसलिए मैं विनती करते हुए 200 लोगों की इंटरव्यू लीती हुई है, क्योंकि मैं एक टीचर हाँ, JNU जवाहरलाल नेहरू यूनिवर्सिटी तो पढ़ के आया, खोज की है, सर्वे की है, मैनू पता है। UPSC केंद्र लोक सेवा आयोग जिथों IAS सिलेक्शन होंदी है, उत्थे मेरा सिलेक्शन होया। सिलेक्शन होके मैं चंडीगढ़ गवर्नमेंट कॉलेज विच आया। हुण मैं कॉलेज विच असीं खोज करदे, खोज करके नतीजे दे नाल गल, तर्क नाल, लॉजिक नाल गल करदे। हुण 200 दी इंटरव्यू लीती हुई है। 200 किवें? 119 लोकां दी जिहड़े फतेहगढ़ साहब दी मेन गुरुद्वारा तो लेके ज्योति स्वरूप साहब दी जिहड़ी सड़क है, उस इलाके दी जिहड़ी शॉप ने, उस शॉप दी ओनर दी 100 इंटरव्यू ते बाकी सब इंटरव्यू जिहड़े श्रद्धालु भगत आउंदे ने मत्था टेकण लई, उन्हां दी 100 उन्हां दी 100 उन्हां दी। मतलब 100 दुकानां वालियां दे तुसीं इंटरव्यू लए, ਉਹ ਵੀ ਚਾਹੁੰਦੇ ਨੇ ਕਿ ਪਾਕ ਪਵਿੱਤਰ ਸ਼ਹਿਰ ਦਾ ਦਰਜਾ ਮਿਲਣਾ ਚਾਹੀਦਾ, ਤੇ ਦੂਜਾ ਇੱਥੇ ਦਾਰੂ ਬੀੜੀ ਸਿਗਰਟ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ। ਮੈਂ ਆ ਰਿਹਾ ਜੀ, ਨਤੀਜੇ ਤੇ ਆ ਰਿਹਾ ਜੀ। ਮੈਂ ਸੈਗਰੀਗੇਸ਼ਨ ਦੀ ਗੱਲ ਕਰਾਂ ਕਿ ਕਿਵੇਂ ਤੁਸੀਂ ਡਾਟਾ ਕਲੈਕਸ਼ਨ ਕਰਨ ਦੀ ਖੋਜ ਦੀ ਇੱਕ ਹੁੰਦੀ ਹੈ। ਡਾਟਾ ਤੁਸੀਂ ਸੈਂਪਲ ਕਿੰਨੇ 200 ਹੈ, 200 ਦੇ ਵਿੱਚ ਸੈਗਰੀਗੇਸ਼ਨ ਕਿੰਨੇ 100 ਵਸਨੀਕ जो शॉप ओनर्स, 100 ਜਿਹੜੇ ਬਾਹਰ ਤੋਂ ਸ਼ਰਧਾਲੂ ਆਉਂਦੇ ਨੇ, ਉਹਨਾਂ 200 ਲੋਕਾਂ ਦੀ ਇਕੱਠਾ ਕਰਕੇ ਉਹਨਾਂ ਦੀ ਰਾਏ ਲਿੱਤੀ ਹੋਈ ਹੈ। ਕੁੱਲ 5 ਕੁਐਸਚਨ ਸੀਗੇ। ਪਹਿਲਾ ਕੁਐਸਚਨ ਸੀਗਾ ਕਿ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ? ਹਾਂ। 200 ਲੋਕਾਂ ਦੇ ਵਿੱਚ ਸਾਰੇ ਦੇ ਸਾਰੇ ਹਾਂ ਕਹੇ ਨੇ, ਮਤਲਬ 100% 200 ਲੋਕ ਕਹੇ ਨੇ ਹਾਂ ਹੋਣਾ ਚਾਹੀਦਾ ਪਵਿੱਤਰ। ਸਾਰੇ ਹਾਂ, ਨਾ ਕੋਈ ਨਹੀਂ ਕਿਹਾ। ਦੂਜੇ ਸਵਾਲ ਦੱਸੋ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਫਤਿਹਗੜ੍ਹ ਸਾਹਿਬ ਗੁਰਦੁਆਰਾ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਤੱਕ ਦੀ ਸੜਕ ਨੂੰ ਵਿਰਾਸਤੀ ਸੜਕ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ? ਵਿਰਾਸਤੀ ਸੜਕ ਮੈਂ ਲਿਖਿਆ ਮਹਾਰਾਜ, ਵਿਰਾਸਤੀ ਸੜਕ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ, ਇਹ ਸਵਾਲ ਹੈ। ਉਹਦੇ ਵਿੱਚ ਹਾਂ 200 ਲੋਕਾਂ ਨੇ ਕਿਹਾ ਹਾਂ ਪੂਰਾ। ਤੀਜੀ ਸਵਾਲ, ਕੀ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਜੋੜ ਮੇਲੇ ਦੇ ਦੌਰਾਨ ਹੁੱਲੜਬਾਜੀ ਬੰਦ ਹੋਵੇ? 100% ਲੋਕਾਂ ਨੇ, ਸਾਰੇ ਨੇ ਕਿਹਾ ਹਾਂ ਬੰਦ ਹੋਵੇ। ਚੌਥਾ ਕੁਐਸਚਨ, ਕੀ ਤੁਸੀਂ ਚਾਹੁੰਦੇ ਹੋ ਕਿ ਜੋੜ ਮੇਲੇ ਦੇ ਦੌਰਾਨ ਆਉਣ ਜਾਣ ਦੀ ਸੁਵਿਧਾ ਹੋਣਾ ਚਾਹੀਦਾ? ਆਉਣ ਜਾਣ ਦੀ ਸੁਵਿਧਾ ਮਤਲਬ ਜਿਵੇਂ ਬਜ਼ੁਰਗ ਲੋਕ ਨੇ, ਪ੍ਰੈਗਨੈਂਟ ਵੂਮਨ ਜ਼ਿਆਦਾ ਪਹੁੰਚਦੇ ਉੱਥੇ, ਕਿਉਂਕਿ इतिहास जुड़ी है। अपना बच्चे नु भी वो देखना चाहते, वड्डे हाँ छोटे साहब वर्गे बच्चा हुए, वो एक मन्नत, एक आशा, इच्छा लेके प्रेग्नेंट वुमेन पहुंचते हैं। तो मेन गुरुद्वारा साहब तो लेके वो ज्योति स्वरूप साहब तक तुरना मुश्किल है उन्होंने, इसलिए आन जान दी सुविधा दी एक सवाल मैं वो महिलावां बुजुर्गां ते प्रेग्नेंट वुमेन दे ख्याल रखते हुए मैं क्वेश्चन रखा सी। 100% लोगों ने की होना चाहिए, ਆਣ ਜਾਣ ਦੀ ਸੁਵਿਧਾ ਹੋਵੇ ਉਹਨਾਂ ਲਈ, ਵੱਖਰਾ ਰੋਡ ਹੋਵੇ ਜਾਂ ਵਿਰਾਸਤੀ ਰੋਡ ਸੜਕ ਬਣ ਜਾਵੇ। ਉੱਥੇ ਇਹ ਪ੍ਰਾਵਿਧਾਨ ਹੈ, ਇੱਕ ਵਾਰ ਸੜਕ ਹੁੰਦੀ ਹੈ ਉੱਥੇ। ਤੇ
पंजवा क्वेश्चन महाराज बड़ा दिलचस्प क्वेश्चन है कि ਤੁਸੀਂ ਚਾਹੁੰਦੇ ਹੋ ਕਿ ਸ਼ਹੀਦੀ ਦਿਹਾੜੇ ਦੇ 3 ਦਿਨ ਦੌਰਾਨ ਸ਼ਰਧਾਲੂ ਭਰੀ ਬੱਸ ਪੀਐਸਆਰਟੀਸੀ ਬੱਸ ਨੂੰ ਰੋਕ ਕੇ ਟਿਕਟ ਚੈੱਕ ਕਰਨਾ ਬੰਦ ਹੋਵੇ ਕਿਉਂਕਿ ਜਿੰਨੇ ਵੀ ਬੱਸ ਫਤਿਹਗੜ੍ਹ ਸਾਹਿਬ ਵੱਲ ਪਹੁੰਚਦੇ ਸ਼ਰਧਾਲੂ ਨੂੰ ਭਰ ਕੇ ਉਹ ਰਸਤੇ ਵਿੱਚ ਨਾ ਉਹ ਰੋਕ ਕੇ ਟਿਕਟ ਚੈੱਕ ਕਰਦੇ ਇਹ ਕੌਣ ਚੈੱਕ ਕਰਦਾ ਜੀ वो रोडवेज वाले पंजाब रोडवेज वाले पीएसआरटीसी वाले रोक के टिकट चेक करते मैं खुद उसकी बहुत हर दिन मेरा बहुत कठिन समय ਹੁੰਦਾ ਹੈ ਕਿਉਂਕਿ ਅਸੀਂ ਅਰਦਾਸ ਕਰਦੇ ਹੋਏ ਭਗਤੀ ਨਾਲ ਸ਼ਰਧਾ ਨਾਲ ਬੱਸ ਵਿੱਚ ਬੈਠੇ हैं 15 ਮਿੰਟ ਰੋਕ ਦਿੰਦੇ ਨੇ टिकट चेक करते एक भी नहीं फड़िया जाता है सारे भक्ति वाले महाराज कोई भी बिना टिकट नहीं तुरते फिर भी वो चेक करते मैं ये सवाल पूछे सी बंद होवे महाराज सारे दे सारे क्या है कि बंद होवे कुछ लोगों ने क्या टिकट ही ना कटा जावे ये नतीजा है महाराज मतलब लोगों की आशा है ਮਤਲਬ 5 ਸਵਾਲ ਤੁਹਾਡੇ ਟੋਟਲ ਸੀਗੇ 5 ਸਵਾਲ ਤੁਸੀਂ 200 ਬੰਦਿਆਂ ਨੂੰ ਕੀਤਾ जी ਕੋਈ ਤੁਹਾਡੇ ਗਾਲੇ ਵੀ ਪਿਆ ਕਿ ਵੀ ਇਹ ਕੀ ਹੈ, ਤੁਸੀਂ ਕੌਣ ਹੋ ਇਹ ਪੁੱਛਣ ਵਾਲੇ ਇਹ ਤਾਂ ਕਰਨਾ ਸਰਕਾਰ ਦਾ ਕੰਮ ਹੈ ਐਜੀਪੀਸੀ ਦਾ ਕੰਮ ਆਪ ਹੀ ਕਰ ਲਵੇ महाराज सारे नु पता है पंडित राव नु सारे नु जानते मैं पंजाबी लोगों के बहुत सम्मान करते महाराज सारे मैनू बहुत प्यार करते ने कुछ लोगों ने तो मैनू देख के ही भज के आके मेरे को आके राव जी पंडित राव जी आओ जी बैठो जी बहुत प्यार नाल कुछ लोग होंगे ने उन्होंने मैं श्रद्धालु भक्ति जो क्योंकि अर्जेंट है जल्दी जाना है मैं नहीं भरना फॉर्म ਪਿਛਲੀ ਵਾਰ ਤੁਹਾਨੂੰ ਉੱਥੇ ਰੋਕ ਲਿਆ ਸੀਗਾ ਤੁਹਾਨੂੰ ਸਵਾਲ ਹੋਏ ਤੁਹਾਨੂੰ ਸਿੱਧੇ ਸਵਾਲ ਕੀਤੇ ਤੁਸੀਂ ਚੁੱਪ ਕਰਕੇ ਖੜੇ ਸੁਣਦੇ ਰਹੇ हाँ ਤੇ ਉਹ ਕਾਰਨ ਇਹੋ ਜਿਹਾ ਬਣ ਜਾਂਦਾ ਕਈ ਵਾਰ ਕਿਉਂਕਿ ਉਹ ਪੁਰਾਣੇ ਚੇਤੇ ਆ ਜਾਂਦਾ ਸੀਨ ਕਿ ਵੀ ਆ ਸਾਡੇ ਤਾਂ ਅੜਿੱਕਾ ਬੰਦੇ ਅਸੀਂ ਕੀ ਪ੍ਰਚਾਰ अदे यो जो कुछ नहीं होया इस रिसर्च दे दौरान कुछ अजे कुछ नहीं होया सारे भक्ति नाल सारे श्रद्धा नाल वो सारे चाहते कि पवित्र शहर घोषित होवे कुछ लोगों ने ये भी कहा यार सरकार ਨੂੰ ਕਿਉਂ ਨੁਕਸਾਨ ਪਹੁੰਚਾ ਰਹੇ ਹੋ ਠੇਕੇ ਦੀ ਇਨਾਮ ਕੱਟ ਹੋਏਗੀ ਸ਼ਰਾਬ ਦੀ ਠੇਕੇ ਦੀ ਇਨਕਮ ਜਾਂਦੀ ਸਰਕਾਰ ਨੂੰ ਕਿਉਂ ਤੁਸੀਂ ਲਾਸ ਕਰਨ ਲਈ ਪਿੱਛੇ ਪੈ ਗਏ ਹੋ ਸਰਕਾਰ ਦੀ ਕੁਝ ਲੋਕ ਇਹਨਾਂ ਦੀ ਸੋਚਦੇ ਟਿਕਟ ਚੈੱਕ ਕਰਨਾ ਕਿੰਨੇ ਕ ਠੇਕੇ ਨੇ ਆਲੇ ਦੁਆਲੇ ਕਿਉਂਕਿ ਅਸੀਂ ਜਦੋਂ ਗੁਰਦੁਆਰਿਆਂ ਦੇ ਨੇੜੇ ਤੇੜੇ ਜਾਂਦੇ ਆ ਕਿ ਠੇਕੇ ਇੰਨੇ ਨੇ ਤੁਸੀਂ ਗਿਣਤੀ ਟੋਟਲ ਕੀਤੀ ਕਿਉਂਕਿ ਤੁਸੀਂ 200 ਬੰਦੇ ਦਾ ਇੰਟਰਵਿਊ ਲੈ ਲਿਆ ਕਿ ਵੀ ਇੰਨੇ ਠੇਕੇ ਨੇ ਇਹ ਚੱਕ ਕੇ ਕਿਸੇ ਹੋਰ ਥਾਂ ਤੇ ਵੀ ਜਾ ਸਕਦੇ ਨੇ ਕਿ ਵੀ ਜੇ ਪਵਿੱਤਰ ਐਲਾਨਣਾ ਤੇ ਮਤਲਬ ਉਹਨਾਂ ਦਾ ਵੀ ਨਾ ਨੁਕਸਾਨ ਹੋਵੇ ਤੇ ਉਹ ਸਾਈਡ ਤੇ ਹੋ ਜਾਣ ਮਹਾਰਾਜ ਇੱਕ ਜੇਕਰ ਸ੍ਰੀ ਫਤਿਹਗੜ੍ਹ ਸਾਹਿਬ ਪੂਰਾ ਸ਼ਹਿਰ ਨੂੰ ਘੋਸ਼ਿਤ ਨਾ ਕੀਤਾ ਜਾ ਸਕਦਾ ਹੈ ਘੱਟੋ ਘੱਟ ਲੋਕਾਂ ਦੀ ਕਹਿਣਾ ਜੀ ਕੁਝ ਲੋਕਾਂ ਨੇ ਕਿਹਾ ਜੇ ਪੂਰਾ ਨਹੀਂ ਹੋ ਸਕਦਾ ਹੈ ਘੱਟੋ ਘੱਟ ਮੇਨ ਗੁਰਦੁਆਰਾ ਸਾਹਿਬ ਤੋਂ ਲੈ ਕੇ ज्योति स्वरूप साहिब गुरुद्वारा तक जी सड़क है उस इलाके नो पवित्र घोषित किया जाए क्योंकि उत्थे ना कोई ठेके है ना कोई मीट की दुकान है ना कोई सिगरेट टोबैको की दुकान है। इसका भाव ये है कि सरकार नो कोई भी खजाने की नुकसान नहीं है। जब खजाने की कोई नुकसान ही नहीं है सरकार क्यों नहीं कर सकती घोषणा पवित्र। ਸਰਕਾਰ ਨੂੰ ਖਜ਼ਾਨੇ ਤੇ ਨੁਕਸਾਨ ਕੀ ਹੋਏਗਾ? ਸਰਕਾਰ ਨੇ ਤਾਂ ਪਹਿਲਾਂ ਹੀ ਐਲਾਨ ਕਰਤਾ, ਅੰਮ੍ਰਿਤਸਰ ਦੇ ਵਿੱਚ ਕਰਤਾ, ਤਲਵੰਡੀ ਸਾਬੋ ਦੇ ਵਿੱਚ ਕਰਤਾ, ਦੂਜਾ ਆਨੰਦਪੁਰ ਸਾਹਿਬ ਦੇ ਵਿੱਚ ਕਰਤਾ, ਉਹਨਾਂ ਨੇ ਤਾਂ ਪਹਿਲਾਂ ਹੀ ਕਰਤਾ। ਫਿਰ ਇਹ ਚੀਜ਼ਾਂ ਵਿੱਚ ਸਰਕਾਰ ਨੂੰ ਕੀ ਨੁਕਸਾਨ ਹੈ? ਸਰਕਾਰ ਜੇ ਚਾਹੁੰਦੀ ਪਹਿਲਾਂ ਕਰ ਸਕਦੀ ਸੀਗੀ ਜਦੋਂ ਮਤਾ ਪਾਸ ਹੋਇਆ ਉਹਦੇ ਵਿੱਚ ਇਹ ਚੀਜ਼ਾਂ ਜਦੋਂ ਆਨੰਦਪੁਰ ਸਾਹਿਬ ਤੋਂ ਹੀ ਐਲਾਨ ਕੀਤਾ ਹੈ। ਮਹਾਰਾਜ ਆਨੰਦਪੁਰ ਸਾਹਿਬ श्री अमृतसर साहिब तलवंडी साहिब दी वर्ल्ड सिटी नु घोषित किते ने पूरा शहर नहीं वर्ल्ड सिटी मतलब उस इलाके जिथे गुरुद्वारा साहब है जिथे लोग रहंदे ने को भक्ति लोग है उस इलाके सिर्फ उथे ना ठेके है नुकसान नहीं सरकार नु खजाने नु। इदा ही गुरुद्वारा साहब मेन गुरुद्वारा साहब तो लेके ज्योति स्वरूप साहब गुरुद्वारा साहब तक कोई भी ठेके नहीं है इसलिए सरकार नु कोई नुकसान नहीं इसलिए सरकार घोषणा कर सकती है। ਤੁਹਾਨੂੰ ਲੱਗਦਾ ਕਿ ਵੀ ਜੇ ਸਾਰੇ ਫਤਿਹਗੜ੍ਹ ਸਾਹਿਬ ਨੂੰ ਐਲਾਨ ਕੀਤਾ ਜਾਂਦਾ ਜਿਵੇਂ ਤੁਸੀਂ ਲਿਖਿਆ ਹੋਇਆ ਕਿ ਫਤਿਹਗੜ੍ਹ ਸਾਹਿਬ ਨੂੰ ਪਾਕ ਪਵਿੱਤਰ ਧਰਤੀ ਉਥੋਂ ਠੇਕਾ ਬਿਲਕੁਲ ਹੀ ਚੁਕਾ ਦੇਣੇ ਚਾਹੀਦੇ ਆ, ਤੁਸੀਂ ਇਹ ਚੀਜ਼ ਮੰਨਦੇ ਹੋ? ਤੁਸੀਂ ਵੀ ਇਹਨੂੰ ਚੁਕਾ ਦੇਣਾ ਚਾਹੀਦਾ, ਠੇਕਾ ਕੋਈ ਵੀ ਨਹੀਂ ਹੋਣਾ ਚਾਹੀਦਾ? ਮਹਾਰਾਜ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੰਨੇ ਵੀ ਠੇਕੇ ਨੇ ਬੰਦ ਹੋਵੇ ਉਹ ਨਸ਼ਾ ਮੁਕਤ ਹੋਵੇ ਔਰ ਠੇਕੇ ਮੁਕਤ ਹੋਵੇ ਸਾਰੇ ਚਾਹੁੰਦੇ ਨੇ, ਮੈਂ ਵੀ ਚਾਹਾਂਗਾ। ਜ਼ਿਆਦਾ ਹੈ ਹੀ ਨਹੀਂ ਉੱਥੇ। ਗੱਲ ਇਹ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਕੁੱਲ 3 या 2 या 3 ਨੇ ਜੋ ਠੇਕੇ ਨੇ ਸ਼ਹਿਰ ਦੇ ਵਿੱਚ, ਪਰ ਉਹ ਗੁਰਦੁਆਰੇ ਦੇ ਇਲਾਕੇ ਵਿੱਚ ਨਹੀਂ ਹੈਗੇ ਨੇ, ਸ਼ਹਿਰ ਦੇ ਵਿੱਚ ਨੇ। ਬਾਕੀ ਸਾਰੇ ਠੇਕੇ ਸਰਹੰਦ ਵਿੱਚ ਨੇ, ਸਰਹੰਦ ਵਿੱਚ ਬਹੁਤ ਨੇ। ਫਿਰ ਜੇਕਰ ਤੁਸੀਂ
पूरा फतेहगढ़ साहिब ਨੂੰ घोषणा करोगे 2-3 ठेके ਨੂੰ शिफ्ट करना पैना जेकर तुसी सिर्फ मेन गुरुद्वारा साहब तो लेके ज्योति सरूप साहब घोषणा करोगे कोई ठेके उठाने की कोई दिक्कत ही नहीं है सीधी तौर पे घोषणा करो जी माननीय मुख्यमंत्री ये कर सकते हैं माननीय मुख्यमंत्री कमाल दे ने समझदार ने बुद्धिजीवी ने सामाजिक चिंतक ने धार्मिक भावना रखने वाले ने इसलिए पगड़ी पहन के घूमते हैं पावना है माता जी भी बहुत श्रद्धालु ने भक्ति रखते ने उन्होंने पत्नी भी मैं बहुत सम्मान करता है जब भी वो कोई प्रोग्राम जाते ने तुसी देखा होगा पूरा चुन्नी मतलब उन्होंने पूरा भक्ति ये है मैनू लगता है माननीय मुख्यमंत्री कमाल दे ने जरूर घोषणा करेंगे कट्टो कट मेन गुरुद्वारा तो लेके ज्योति सरूप साहब मैनू पूरा आस तो उम्मीद है ਬਿਲਕੁਲ ਇਹ ਤੁਸੀਂ ਸਰਕਾਰ ਤੋਂ ਮੰਗ ਕਰ ਲਈ ਐਜੀਪੀਸੀ ਤੋਂ ਕੋਈ ਤੁਹਾਡੀ ਮੰਗ ਹੈਗੀ ਹੈ ਕਿ ਵੀ ਕੀ ਸੁਧਾਰ ਹੋਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੇ ਕਈ ਲੋਕ ਕਹਿੰਦੇ ਵੀ ਉੱਥੇ ਆਉਂਦੇ ਨੇ ਉਹ ਆਪਣਾ ਕੰਮ ਕਰਕੇ ਚਲੇ ਜਾਂਦੇ महाराज एसजीपीसी जिन्ना करना सी कर लिया उस तो होर कोई उम्मीद ना रखो क्योंकि वो कर चुके ने महाराज उस इलाके दे विच कॉलेज है इंजीनियरिंग कॉलेज है एसजीपीसी कर रहे हैं उस इलाके विच जिन्ने भी रोड बनया होया है वो एसजीपीसी वालों बनया हुआ है तुसी पूछो कोई सरकार वालों नहीं लगे हुआ है पैसे ज्यादा वो हर साल वो बनाउंदे ने उस तो अलावा उत्थे बहुत सारे संगत लई एसजीपीसी वालों ही बनाया गया माता गुजरी कॉलेज एसजीपीसी वालों है दोनों गुरुद्वारा मेन गुरुद्वारा तो अलावा बहुत सारे गुरुद्वारे ने 6वीं पातशाही गुरुद्वारा साहब है वो कमाल देने वो सारे गुरुद्वारों ने देखभाल एसजीपीसी कर रही है इस तो अलावा तुम एसजीपीसी की उम्मीद रखोगे महाराज ज्यादा नहीं रखना चाहिए किसी तो कोई ज्यादा उम्मीद नहीं रखा जा सकता है उम्मीद सरकार तो रखा जा सकता है जो हुन रखा जा हुन है माननीय मुख्यमंत्री तो माननीय मुख्यमंत्री इस उम्मीद नु आशा नु इच्छा नु पूरा करेंगे मैनू पूरा आस उम्मीद है ਬਿਲਕੁਲ ਬਹੁਤ ਸ਼ੁਕਰੀਆ ਤਾਂ ਪ੍ਰੋਫੈਸਰ ਸਾਹਿਬ ਸਾਡੇ ਨਾਲ ਸੀਗੇ ਤਾਂ 200 ਜਿਹੜੇ ਬੰਦਿਆਂ ਦਾ ਕਾਗਜ਼ਾਂ ਦਾ ਦਥਾ ਚੱਕੀ ਫਿਰਦੇ ਨੇ ਤੇ ਅਗਵਾਈਆਂ ਲੈ ਕੇ ਆਏ ਨੇ ਉੱਥੇ ਜਾ ਕੇ ਗੱਲ ਕਰਕੇ ਆਏ ਨੇ ਕਿ ਵੀ ਪਾਕ ਪਵਿੱਤਰ ਸ਼ਹਿਰ ਹੋਣਾ ਚਾਹੀਦਾ ਕਿ ਨਹੀਂ ਉਹ ਲੋਕਾਂ ਨੇ ਕਿਹਾ ਕਿ ਹਾਂ ਪਰ ਦੂਜੇ ਪਾਸੇ ਸਰਕਾਰ ਨੂੰ ਵੀ ਸਵਾਲ ਕੀਤੇ ਨੇ ਕਿ ਵੀ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਗੱਲ ਕਰਦੇ ਹੋ ਕਿ ਇੱਥੋਂ ਤੁਸੀਂ ਕੋਈ ਮਿਨਿਸਟਰ ਲਿਆ ਕੈਬਨਿਟ ਦੇ ਵਿੱਚ ਨਹੀਂ ਲਿਆ ਕੋਈ ਤੁਸੀਂ ਉੱਥੋਂ ਕੋਈ ਬੰਦਾ ਚੰਗਾ ਲੈ ਵੀ ਸਕਦੇ ਸੀਗੇ ਜਿਹੜਾ ਉੱਥੋਂ ਦੀ ਗੱਲ ਕਰੇ ਤਾਂ ਉੱਥੋਂ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਵੀ ਸਵਾਲ ਕੀਤੇ ਕਿ ਇਸ ਤਰੀਕੇ ਨਾਲ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਐਮਐਲਏ ਨੇ ਉਹਨਾਂ ਨੂੰ ਵੀ ਅੱਜ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਸੁਨੇਹੇ ਦਿੱਤੇ ਨੇ 5 ਸਵਾਲ ਸੀਗੇ ਉਹਨਾਂ ਨੇ ਲੋਕਾਂ ਨੇ ਹਾਮੀ ਭਰੀ ਕੋਈ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਜ਼ੁਰਗਾਂ ਲਈ ਪ੍ਰੈਗਨੈਂਟ ਜਿਹੜੀਆਂ ਵੂਮੈਨਸ ਨੇ ਉਹਨਾਂ ਲਈ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਇਹ ਸਾਰੇ ਦੇ ਉੱਤੇ ਕੰਮ ਕਰਦੀ ਹੈ ਕਿ ਨਹੀਂ ਚੁੰਨੀ ਤੋਂ ਜਿਹੜਾ ਕਹਿੰਦੇ ਲਾਂਡਰਾਂ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੜਕ ਹੈ ਉਹ ਵੀ ਟੁੱਟੀ ਭੱਜੀ ਪਈ ਹੈ ਉਹਦੇ ਉੱਤੇ ਵੀ ਕੰਮ ਕਰਦੀ ਹੈ ਜਾਂ ਨਹੀਂ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰਾ ਸਹਿਯੋਗ ਦੇ ਸੀ ਨੀਰਜ ਧੰਨਵਾਦ।